ਪਿਆਰੇ ਵਿਦਿਆਰਥੀਓ, ਸ਼੍ਰੇਣੀ 10ਵੀਂ ਦੀ ਸਮਾਜਿਕ ਵਿਗਿਆਨ ਦੀ ਹਫ਼ਤਾਵਾਰ 9ਵੀਂ ਅਭਿਆਸ ਸੀਟ ਨੂੰ ਅੱਜ ਆਪਾਂ ਸੋਲਵ ਕਰਦੇ ਹਾਂ। ਇਸ ਦੇ ਵਿੱਚ ਜਿਹੜੇ ਸਵਾਲ ਬਣਦੇ ਨੇ ਆਓ ਉਹਨਾਂ ਨੂੰ ਆਪਾਂ ਦੇਖਦੇ ਹਾਂ। ਇਹ ਸਾਰੇ ਤੁਹਾਡੇ ਸੀਨੀਅਰ ਸੈਕੰਡਰੀ ਕੰਪੀਟੈਂਸੀ ਦੇ ਨਾਲ ਨੇ, ਜਿਹੜੇ ਰਿਲੇਟਡ ਨੇ। ਤਾਂ ਪਹਿਲਾ ਸਵਾਲ ਦੇਖੋ, ਪ੍ਰਾਥਮਿਕ ਖੇਤਰ ਨੂੰ ਆਮ ਤੌਰ 'ਤੇ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਕਿਹਾ ਜਾਂਦਾ ਹੈ। ਕਿਉਂ ਕਿਹਾ ਜਾਂਦਾ ਹੈ? ਤਾਂ ਇਹ ਪ੍ਰਾਇਮਰੀ ਸੈਕਟਰ ਦੀ ਗੱਲ ਹੋ ਰਹੀ ਆ, ਕਿਉਂਕਿ ਭਾਰਤੀ ਜਨਸੰਖਿਆ ਦਾ ਇੱਕ ਵੱਡਾ ਹਿੱਸਾ ਇਸ ਖੇਤਰ ਉੱਪਰ ਨਿਰਭਰ ਕਰਦਾ ਹੈ। ਬਿਲਕੁਲ ਸਹੀ, ਦੂਸਰਾ ਆਪਸ਼ਨ। ਕਿਉਂਕਿ ਪ੍ਰਾਇਮਰੀ ਸੈਕਟਰ ਦੇ ਵਿੱਚ ਜਿਹੜੀਆਂ ਹੈਗੀਆਂ ਨੇ ਕੁਦਰਤੀ ਕਿਰਿਆਵਾਂ, ਖੇਤੀਬਾੜੀ ਵੀ ਇਹਦੇ ਵਿੱਚ ਹੀ ਆਉਂਦਾ। ਤਾਂ ਜ਼ਿਆਦਾਤਰ ਭਾਰਤੀ ਜਨਸੰਖਿਆ ਦਾ ਇੱਕ ਵੱਡਾ ਜਿਹੜਾ ਹਿੱਸਾ ਪ੍ਰਾਇਮਰੀ ਖੇਤਰ ਦੇ ਉੱਪਰ, ਪ੍ਰਾਥਮਿਕ ਖੇਤਰ ਦੇ ਉੱਪਰ ਡਿਪੈਂਡੈਂਟ ਹੈ। ਇਸ ਲਈ ਭਾਰਤੀ ਅਰਥ ਵਿਵਸਥਾ ਦੀ ਰੀੜ੍ਹ ਦੀ ਹੱਡੀ ਇਸ ਨੂੰ ਕਿਹਾ ਜਾਂਦਾ ਹੈ। ਦੂਸਰਾ ਸਵਾਲ, ਪ੍ਰਾਥਮਿਕ ਖੇਤਰ ਵਿੱਚ ਉਹਨਾਂ ਖੇਤਰਾਂ ਨੂੰ ਸ਼ਾਮਲ ਕੀਤਾ ਜਾਂਦਾ ਹੈ ਜੋ ਖੇਤਰ ਆਪਣੇ ਉਤਪਾਦਨ ਲਈ ਕੁਦਰਤੀ ਸਾਧਨਾਂ ਦੀ ਵਰਤੋਂ ਕਰਦੇ ਹਨ। ਬਿਲਕੁਲ ਸਹੀ। ਹੇਠਾਂ ਲਿਖੀਆਂ ਕਿਰਿਆਵਾਂ ਵਿੱਚੋਂ ਦੱਸੋ ਕਿ ਕਿਹੜੀ ਕਿਰਿਆ ਪ੍ਰਾਥਮਿਕ ਖੇਤਰ ਵਿੱਚ ਨਹੀਂ ਹੈ। ਮੱਛੀ ਪਾਲਣ ਵੀ ਪ੍ਰਾਥਮਿਕ ਖੇਤਰ ਦੇ ਵਿੱਚ ਆਉਂਦਾ, ਖੇਤੀ ਕਰਨਾ ਵੀ ਆਉਂਦਾ, ਡੇਅਰੀ ਫਾਰਮਿੰਗ ਵੀ। ਦੂਸਰੀ ਆਪਸ਼ਨ ਉਸਾਰੀ ਕਰਨਾ, ਇਹ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਆ, ਇਸ ਲਈ ਇੱਥੇ ਇਹ ਸਹੀ ਹੈ। ਤੀਸਰਾ ਸਵਾਲ, ਨਮਨ ਦੇ ਦਾਦਾ ਜੀ ਨੇ ਉਸ ਨੂੰ ਦੱਸਿਆ ਕਿ ਗੌਣ ਖੇਤਰ ਨੂੰ ਨਿਰਮਾਣ ਖੇਤਰ ਵੀ ਕਿਹਾ ਜਾਂਦਾ ਹੈ। ਬਿਲਕੁਲ ਸਹੀ। ਸੈਕੰਡਰੀ ਖੇਤਰ ਨੂੰ ਮੈਨੂਫੈਕਚਰਿੰਗ ਸੈਕਟਰ ਕਿਹਾ ਜਾਂਦਾ। ਇਹ ਖੇਤਰ ਸਾਧਨਾਂ ਦੀ ਕੱਚੇ ਮਾਲ ਦੀ ਤੌਰ 'ਤੇ ਵਰਤੋਂ ਕਰਦਾ ਹੈ। ਹੇਠ ਲਿਖੀਆਂ ਕਿਰਿਆਵਾਂ ਵਿੱਚੋਂ ਦੱਸੋ ਕਿਹੜੀ ਕਿਰਿਆ ਗੌਣ ਖੇਤਰ ਨਾਲ ਸੰਬੰਧਿਤ ਹੋਣ ਕਾਰਨ ਕੱਚੇ ਮਾਲ ਦੀ ਵਰਤੋਂ ਕਰਦੀ ਹੈ। ਇਹਦਾ ਫੋਰਥ ਆਪਸ਼ਨ ਉਪਰੋਕਤ ਸਾਰੇ। ਕੱਪੜਾ ਉਦਯੋਗ ਦੇ ਵਿੱਚ ਵੀ ਜਿਹੜਾ ਹੈਗਾ ਪ੍ਰਾਇਮਰੀ ਸੈਕਟਰ ਦੇ ਵਿੱਚੋਂ ਕੱਚਾ ਮਾਲ ਆਉਂਦਾ। ਹੈਗੇ ਨੇ ਸਾਰੇ ਉਦਯੋਗ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਆਉਂਦੇ ਨੇ। ਤਾਂ ਆਪਸ਼ਨ ਫੋਰਥ ਬਿਲਕੁਲ ਸਹੀ ਹੈ। ਇਸ ਤੋਂ ਅਗਲਾ ਸਵਾਲ ਦੇਖੋ, ਭਾਰਤ ਵਿੱਚ ਗੌਣ ਖੇਤਰ ਨੂੰ ਕਿਹੜੀ ਇੱਕ ਸਮੱਸਿਆ, ਸਭ ਤੋਂ ਵੱਡੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਸੈਕੰਡਰੀ ਸੈਕਟਰ ਨੂੰ ਕਿਹੜੀ ਸਮੱਸਿਆ ਦਾ ਸਾਹਮਣਾ ਕਰਨਾ ਪੈ ਰਿਹਾ ਹੈ? ਆਪਸ਼ਨ ਥਰਡ, ਕਮਜ਼ੋਰ ਬੁਨਿਆਦੀ ਢਾਂਚਾ ਅਤੇ ਬਿਜਲੀ ਦੀ ਕਮੀ। ਤਾਂ ਇਸ ਮੈਨੂਫੈਕਚਰਿੰਗ ਸੈਕਟਰ ਦੇ ਵਿੱਚ ਜ਼ਿਆਦਾ ਉਦਯੋਗਾਂ ਦੀ ਗੱਲ ਹੁੰਦੀ ਆ। ਤਾਂ ਇੱਥੇ ਜਿਹੜਾ ਹੈਗਾ ਬੁਨਿਆਦੀ ਢਾਂਚਾ ਕਮਜ਼ੋਰ ਹੈ ਅਤੇ ਬਿਜਲੀ ਦੀ ਭਾਰੀ ਆ ਜਿਹੜੀ ਕਮੀ। ਤੀਸਰੀ ਆਪਸ਼ਨ ਬਿਲਕੁਲ ਸਹੀ ਹੈ। ਤਾਂ ਪੰਜਵਾਂ ਸਵਾਲ ਦੇਖੋ ਜੀ, ਤੁਹਾਨੂੰ ਇੱਥੇ ਸਰਵਿਸਿਜ਼ ਦਿਖਾਈਆਂ ਗਈਆਂ ਨੇ ਡਿਫਰੈਂਟ, ਜਿਹੜੀਆਂ ਨਾਗਰਿਕਾਂ ਨੂੰ ਮਿਲਦੀਆਂ ਨੇ, ਜਿਸ ਵਿੱਚ ਬੈਂਕਿੰਗ ਸੇਵਾਵਾਂ ਆ ਗਈਆਂ, ਬੀਮਾ ਸੇਵਾਵਾਂ ਆ ਗਈਆਂ, ਯਾਤਾਯਾਤ ਦੇ ਸਾਧਨ ਆ ਗਏ, ਸੰਚਾਰ ਦੀਆਂ ਸੇਵਾਵਾਂ ਆ ਗਈਆਂ। ਤਾਂ ਤੁਸੀਂ ਦੱਸੋ ਤਸਵੀਰ ਵਿੱਚ ਹੇਠ ਲਿਖਿਆਂ ਵਿੱਚ ਕਿਸ ਖੇਤਰ ਨਾਲ ਸੰਬੰਧਿਤ ਹੈ? ਤੀਸਰੀ ਆਪਸ਼ਨ ਸੇਵਾ ਖੇਤਰ ਜਾਂ ਟਰਸ਼ਰੀ ਖੇਤਰ ਦੇ ਨਾਲ ਸੰਬੰਧਿਤ ਹੈ। ਬਿਲਕੁਲ ਸਹੀ। ਛੇਵਾਂ ਸਵਾਲ, ਹੇਠਾਂ ਦਿੱਤੇ ਕਥਨਾਂ ਵਿੱਚੋਂ ਕਿਹੜਾ ਕਥਨ ਤਿੰਨਾਂ ਖੇਤਰਾਂ ਪ੍ਰਾਥਮਿਕ, ਗੌਣ ਖੇਤਰ ਅਤੇ ਸੇਵਾ ਖੇਤਰ ਜਾਂ ਟਰਸ਼ਰੀ ਖੇਤਰ ਦੀ ਆਪਸੀ ਨਿਰਭਰਤਾ ਦਾ ਸਭ ਤੋਂ ਵਧੀਆ ਵਰਣਨ ਕਰਦਾ ਹੈ? ਡਿਪੈਂਡੈਂਸੀ ਅਸੀਂ ਦੇਖਣੀ ਆ। ਤਾਂ ਇਸ ਦੇ ਵਿੱਚ ਆਪਸ਼ਨ ਤੀਸਰਾ, ਤਿੰਨੇ ਖੇਤਰਾਂ ਦੀ ਉਤਪਾਦਨ, ਵੰਡ ਅਤੇ ਸੇਵਾਵਾਂ ਲਈ ਆਪਸੀ ਅੰਤਰ ਨਿਰਭਰਤਾ ਹੈ। ਬਿਲਕੁਲ ਸਹੀ। ਸਾਰੇ ਖੇਤਰ ਪ੍ਰਾਥਮਿਕ ਖੇਤਰ, ਗੌਣ ਖੇਤਰ ਜਾਂ ਸੇਵਾ ਖੇਤਰ ਜਾਂ ਟਰਸ਼ਰੀ ਖੇਤਰ, ਇਹ ਆਪਸ ਦੇ ਵਿੱਚ ਜੁੜੇ ਹੋਏ ਨੇ ਇੱਕ ਦੂਜੇ ਦੇ ਉੱਪਰ, ਅਤੇ ਆਪਸ ਦੇ ਉੱਪਰ ਇਹ ਡਿਪੈਂਡੈਂਟ ਨੇ, ਅੰਤਰ ਨਿਰਭਰ ਨੇ। ਇਸ ਲਈ ਆਪਸ਼ਨ ਤੀਸਰਾ ਬਿਲਕੁਲ ਸਹੀ ਹੈ। ਸੱਤਵਾਂ ਸਵਾਲ, ਕਥਨ ਦਾ ਵਿਸ਼ਲੇਸ਼ਣ ਕਰੋ। ਦੱਸੋ ਕਿ ਸੰਗਠਿਤ ਅਤੇ ਅਸੰਗਠਿਤ ਖੇਤਰਾਂ ਵਿੱਚ ਕੀ ਅੰਤਰ ਹੁੰਦਾ ਹੈ। ਸੰਗਠਿਤ ਖੇਤਰ ਨੌਕਰੀ ਪੱਖੋਂ ਸੁਰੱਖਿਅਤ ਹਨ, ਜਦਕਿ ਅਸੰਗਠਿਤ ਖੇਤਰ ਨੌਕਰੀ ਪੱਖੋਂ ਅਸੁਰੱਖਿਅਤ ਹਨ। ਬਿਲਕੁਲ ਸਹੀ। ਸਰਕਾਰੀ ਅਤੇ ਅਰਧ ਸਰਕਾਰੀ ਖੇਤਰ ਸੰਗਠਿਤ ਖੇਤਰ ਦਾ ਹਿੱਸਾ ਹੁੰਦਾ। ਬਿਲਕੁਲ ਸਹੀ। ਜਦਕਿ ਅਸੰਗਠਿਤ ਖੇਤਰ ਪ੍ਰਾਈਵੇਟ ਖੇਤਰ ਦਾ ਹਿੱਸਾ ਹੁੰਦਾ ਹੈ। ਬਿਲਕੁਲ ਸਹੀ। ਸੰਗਠਿਤ ਖੇਤਰ ਨੂੰ ਸਰਕਾਰ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਬਿਲਕੁਲ। ਅਸੰਗਠਿਤ ਖੇਤਰ ਨੂੰ ਕੰਮ ਦੇਣ ਵਾਲੇ ਮਾਲਕਾਂ ਦੁਆਰਾ ਨਿਯੰਤਰਿਤ ਕੀਤਾ ਜਾਂਦਾ ਹੈ। ਇਸ ਲਈ ਆਪਸ਼ਨ ਫੋਰਥ ਬਿਲਕੁਲ ਸਹੀ ਹੈ। ਅੱਠਵਾਂ ਸਵਾਲ, ਭਾਰਤ ਵਿੱਚ ਛੋਟੇ ਪੈਮਾਨੇ ਦੇ ਜ਼ਿਆਦਾਤਰ ਉਦਯੋਗ ਕਿਸ ਖੇਤਰ ਅਧੀਨ ਆਉਂਦੇ ਹਨ?
ਤਾਂ ਅਸੀਂ ਦੱਸਣਾ ਜੀ ਭਾਰਤ ਦੇ ਵਿੱਚ ਛੋਟੇ ਖੇਤਰ ਦੇ ਜਿਹੜੇ ਉਦਯੋਗ ਨੇ ਉਹ ਕਿਸ ਅਧੀਨ ਆਉਂਦੇ ਨੇ? ਅਸੰਗਠਿਤ ਖੇਤਰ ਦੇ ਵਿੱਚ। ਤਾਂ ਉੱਥੇ ਰੂਲ ਅਤੇ ਰੈਗੂਲੇਸ਼ਨ ਨੇ ਜਿਹੜੇ ਫੋਲੋ ਨਹੀਂ ਕਰੇ ਜਾਂਦੇ ਅਸੰਗਠਿਤ ਖੇਤਰ ਦੇ ਵਿੱਚ। 9ਵਾਂ ਸਵਾਲ ਦੇਖੋ, ਜਗਦੇਵ ਬਹੁਤ ਹੀ ਗਰੀਬ ਪਰਿਵਾਰ ਨਾਲ ਸੰਬੰਧ ਰੱਖਦਾ ਹੈ। ਉਹਨਾਂ ਕੋਲ ਨਾ ਤਾਂ ਕੋਈ ਜ਼ਮੀਨ ਹੈ ਅਤੇ ਨਾ ਹੀ ਉਹ ਪੜ੍ਹਿਆ ਲਿਖਿਆ ਹੈ। ਅਨਪੜ੍ਹ ਹੋਣ ਕਾਰਨ ਉਹਨੂੰ ਕੋਈ ਪੱਕੀ ਨੌਕਰੀ ਵੀ ਨਹੀਂ ਮਿਲ ਰਹੀ। ਅਜਿਹੀ ਸਥਿਤੀ ਵਿੱਚ ਭਾਰਤੀ ਅਰਥ ਵਿਵਸਥਾ ਦਾ ਉਹ ਕਿਹੜਾ ਖੇਤਰ ਹੈ ਜੋ ਉਸ ਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਦਾ ਹੈ? ਦੇਖੋ, ਉਹ ਪੜ੍ਹਿਆ ਲਿਖਿਆ ਨਹੀਂ ਹੈ ਅਤੇ ਦੂਸਰੀ ਆਪਸ਼ਨ ਅਸੰਗਠਿਤ ਖੇਤਰ ਦੇ ਵਿੱਚ ਉਹਨੂੰ ਕੰਮ ਮਿਲ ਸਕਦਾ, ਪ੍ਰਾਈਵੇਟ ਤੌਰ 'ਤੇ ਉਹਨੂੰ ਕੰਮ ਮਿਲ ਸਕਦਾ। ਪਰ ਇੱਥੇ ਰੂਲ ਰੈਗੂਲੇਸ਼ਨ ਸਰਕਾਰ ਦੀ ਸੰਗਠਿਤ ਖੇਤਰ ਦੀ ਤਰ੍ਹਾਂ ਨਹੀਂ ਹੋਣਗੇ। ਜੇ ਜਗਦੇਵ ਪੜ੍ਹਿਆ ਲਿਖਿਆ ਹੁੰਦਾ ਫਿਰ ਉਹ ਸੰਗਠਿਤ ਖੇਤਰ ਵਿੱਚ ਵੀ ਕੰਮ ਕਰ ਸਕਦਾ ਸੀ, ਪਰ ਹੁਣ ਉਹ ਅਨਪੜ੍ਹ ਆ, ਇਸ ਕਰਕੇ ਅਸੰਗਠਿਤ ਖੇਤਰ ਉਹਨੂੰ ਰੁਜ਼ਗਾਰ ਮੁਹੱਈਆ ਕਰਵਾ ਸਕਦਾ। ਹਰਮਨ ਇੱਕ ਪ੍ਰਾਈਵੇਟ ਫਰਮ ਵਿੱਚ ਕੰਮ ਕਰਦਾ ਹੈ ਜਦਕਿ ਉਸਦੇ ਪਿਤਾ ਜੀ ਸਰਕਾਰੀ ਖੇਤਰ ਵਿੱਚ ਕੰਮ ਕਰਦੇ ਹਨ। ਹਰਮਨ ਦੇ ਪਿਤਾ ਜੀ ਦੱਸਦੇ ਹਨ ਕਿ ਸਰਕਾਰੀ ਖੇਤਰ ਇੱਕ ਸੰਗਠਿਤ ਖੇਤਰ ਹੁੰਦਾ ਹੈ। ਬਿਲਕੁਲ ਸਹੀ। ਜਿਸ ਖੇਤਰ ਵਿੱਚ ਕਰਮਚਾਰੀ ਲਈ ਪਹਿਲਾਂ ਤੋਂ ਹੀ ਕੰਮ ਕਰਨ ਦੇ ਨਿਰਧਾਰਿਤ ਨਿਯਮ ਅਤੇ ਕਾਨੂੰਨਾਂ ਵਰਗੀਆਂ ਵਿਸ਼ੇਸ਼ਤਾਵਾਂ ਮਿਲਦੀਆਂ ਹਨ। ਬਿਲਕੁਲ ਸਹੀ। ਦੱਸੋ ਕਿ ਹੇਠ ਲਿਖਿਆਂ ਵਿੱਚੋਂ ਕਿਹੜੀ ਵਿਸ਼ੇਸ਼ਤਾ ਸੰਗਠਿਤ ਖੇਤਰ ਦੀਆਂ ਵਿਸ਼ੇਸ਼ਤਾਵਾਂ ਨੂੰ ਪ੍ਰਗਟਾਉਂਦੀ ਹੈ? ਚੌਥੀ ਆਪਸ਼ਨ ਉਪਰੋਕਤ ਸਾਰੇ। ਸੰਗਠਿਤ ਖੇਤਰ ਦੇ ਵਿੱਚ ਕਰਮਚਾਰੀਆਂ ਲਈ ਸਮਾਜਿਕ ਸੁਰੱਖਿਆ ਹੁੰਦੀ ਹੈ, ਨਿਸ਼ਚਿਤ ਤਨਖਾਹ ਅਤੇ ਭੱਤੇ ਵੀ ਹੁੰਦੇ ਹਨ, ਛੁੱਟੀ ਦੇ ਨਿਯਮ ਵੀ ਹੁੰਦੇ ਹਨ, ਇਸ ਲਈ ਉਪਰੋਕਤ ਸਾਰੇ। ਆਪਸ਼ਨ 4 ਬਿਲਕੁਲ ਸਹੀ ਹੈ। 11ਵਾਂ ਸਵਾਲ, 18ਵੀਂ ਅਤੇ 19ਵੀਂ ਸਦੀ ਵਿੱਚ ਆਈ ਉਦਯੋਗਿਕ ਕ੍ਰਾਂਤੀ ਨੇ ਵਿਸ਼ਵ ਵਪਾਰ ਨੂੰ ਕਿਵੇਂ ਪ੍ਰਭਾਵਿਤ ਕੀਤਾ? ਤਾਂ 18ਵੀਂ ਅਤੇ 19ਵੀਂ ਸਦੀ ਦੇ ਵਿੱਚ ਜਿਹੜੀ ਉਦਯੋਗਿਕ ਕ੍ਰਾਂਤੀ ਆਈ ਆ ਉਹਨੇ ਵਿਸ਼ਵ ਵਪਾਰ ਨੂੰ ਇਸ ਤਰ੍ਹਾਂ ਪ੍ਰਭਾਵਿਤ ਕੀਤਾ। ਆਪਸ਼ਨ 2 ਬਿਲਕੁਲ ਸਹੀ ਹੈ। ਕੱਚੇ ਮਾਲ ਦੀ ਪੂਰਤੀ ਅਤੇ ਨਿਯੰਤਰਣ ਵਿਵਸਥਾ ਲਈ ਨਵੇਂ ਵਿਸ਼ਵ ਬਾਜ਼ਾਰ ਉੱਭਰ ਕੇ ਸਾਹਮਣੇ ਆਏ। ਬਿਲਕੁਲ ਸਹੀ। ਅਤੇ ਇਸ ਦੇ ਨਾਲ ਇਹ ਹੋਇਆ, ਕੱਚੇ ਮਾਲ ਦੀ ਪੂਰਤੀ ਵੀ ਹੋਈ, ਨਿਰਮਿਤ ਜਿਹੜੀ ਅਵਸਥਾ ਦਾ ਨਿਰਮਾਣ ਹੋ ਗਿਆ, ਉਹਨਾਂ ਦੇ ਲਈ ਨਵੇਂ ਵਿਸ਼ਵ ਬਾਜ਼ਾਰ ਉੱਭਰ ਕੇ ਲੋਕਾਂ ਦੇ ਸਾਹਮਣੇ ਆਏ। ਇਸ ਲਈ ਉਦਯੋਗਿਕ ਕ੍ਰਾਂਤੀ ਨੇ ਵਿਸ਼ਵ ਵਪਾਰ ਨੂੰ ਪ੍ਰਭਾਵਿਤ ਕੀਤਾ। ਆਪਸ਼ਨ 2 ਬਿਲਕੁਲ ਸਹੀ ਹੈ। 12ਵਾਂ ਸਵਾਲ, ਅੰਤਰਰਾਸ਼ਟਰੀ ਵਪਾਰ ਲਈ ਈ ਕਮਰਸ ਦੁਆਰਾ ਲਿਆਂਦੀ ਗਈ ਇੱਕ ਤਬਦੀਲੀ ਦੱਸੋ। ਅੱਜ ਕੱਲ੍ਹ ਈ ਕਮਰਸ ਦਾ ਜਿਹੜਾ ਯੁੱਗ, ਤਾਂ ਅੰਤਰਰਾਸ਼ਟਰੀ ਵਪਾਰ ਦੇ ਵਿੱਚ ਕਿਹੜੀ ਤਬਦੀਲੀ ਹੈ ਜਿਹੜੀ ਇਹਦੇ ਦੁਆਰਾ ਲਿਆਂਦੀ ਗਈ? 2 ਆਪਸ਼ਨ ਬਿਲਕੁਲ ਸਹੀ ਹੈ। ਇਸ ਨਾਲ ਛੋਟੇ ਕਾਰੋਬਾਰੀ ਮਾਲਕਾਂ ਦੀ ਅੰਤਰਰਾਸ਼ਟਰੀ ਬਾਜ਼ਾਰਾਂ ਤੱਕ ਪਹੁੰਚ ਨੂੰ ਆਸਾਨ ਬਣਾਉਣਾ। ਬਿਲਕੁਲ ਸਹੀ ਹੈ। ਈ ਕਮਰਸ ਰਾਹੀਂ ਜਿਹੜੇ ਛੋਟੇ ਵਪਾਰੀ ਸੀ ਉਹ ਅੰਤਰਰਾਸ਼ਟਰੀ ਵਪਾਰ ਦੇ ਨਾਲ ਬਿਲਕੁਲ ਜੁੜੇ ਨੇ ਅਤੇ ਉਹ ਆਪਣੇ ਪ੍ਰੋਡਕਟ ਆ ਜਿਹੜੇ ਵੇਚ ਸਕਦੇ ਨੇ। ਆਪਸ਼ਨ 2 ਬਿਲਕੁਲ ਸਹੀ ਹੈ। 13ਵਾਂ ਸਵਾਲ ਦੇਖੋ ਜੀ, ਆਧੁਨਿਕ ਯੁੱਗ ਵਿੱਚ ਈ ਕਮਰਸ ਨੇ ਵਿਸ਼ਵ ਵਪਾਰ ਵਿੱਚ ਕ੍ਰਾਂਤੀ ਲਿਆ ਦਿੱਤੀ ਹੈ। ਬਿਲਕੁਲ ਸਹੀ। ਕਿਹੜੀਆਂ ਅੰਤਰਰਾਸ਼ਟਰੀ ਕੰਪਨੀਆਂ ਈ ਕਮਰਸ ਲਈ ਜਾਣੀਆਂ ਜਾਂਦੀਆਂ ਹਨ? ਇਲੈਕਟ੍ਰੋਨਿਕ ਜਿਹੜੀ ਹੈਗੀ ਆ ਵਪਾਰ ਦੇ ਲਈ ਜਾਣੀਆਂ ਜਾਂਦੀਆਂ ਨੇ। ਵਾਲਮਾਰਟ ਵੀ ਬਿਲਕੁਲ ਸਹੀ ਹੈ। ਐਮਾਜ਼ੋਨ ਇਹ ਵੀ ਸਹੀ ਹੈ। IBM ਬਿਲਕੁਲ ਸਹੀ। ਇਸ ਲਈ ਉਪਰੋਕਤ ਸਾਰੇ। ਆਪਸ਼ਨ 4 ਬਿਲਕੁਲ ਸਹੀ ਹੈ। ਅਤੇ ਇਹਨਾਂ ਜਿਹੜੀਆਂ ਸਾਈਟਸ ਨੇ, ਇਹਨਾਂ ਕੰਪਨੀਆਂ ਤੋਂ ਅਸੀਂ ਕਿਸੇ ਵੀ ਤਰ੍ਹਾਂ ਦਾ ਜਿਹੜਾ ਪ੍ਰੋਡਕਟ ਮੰਗਵਾ ਸਕਦੇ ਹਾਂ ਅਤੇ ਇਹ ਅੰਤਰਰਾਸ਼ਟਰੀ ਕੰਪਨੀਆਂ ਈ ਕਮਰਸ ਦੇ ਲਈ ਜਾਣੀਆਂ ਜਾਂਦੀਆਂ ਨੇ। ਅਤੇ ਤੁਹਾਨੂੰ ਇੱਕ ਪੈਰਾ ਦਿੱਤਾ ਹੋਇਆ ਜੀ ਈ ਕਮਰਸ ਦੇ ਬਾਰੇ ਆ। ਇਸ ਪੈਰੇ ਦੇ ਵਿੱਚੋਂ ਵੀ ਜਿਹੜੇ ਸਵਾਲ ਆਪਾਂ ਕਰਨੇ ਨੇ। ਤਾਂ 14ਵਾਂ ਸਵਾਲ ਦੇਖੋ ਜੀ, ਹੇਠਾਂ ਦਿੱਤਿਆਂ ਕਥਨਾਂ ਵਿੱਚੋਂ ਕਿਹੜਾ ਕਥਨ ਈ ਕਮਰਸ ਨੂੰ ਸਭ ਤੋਂ ਵਧੀਆ ਪਰਿਭਾਸ਼ਿਤ ਕਰਦਾ ਹੈ? ਸਭ ਤੋਂ ਵਧੀਆ ਪ੍ਰਭਾਸ਼ਿਤ ਕਿਹੜਾ ਕਰਦਾ ਹੈ? ਦੂਸਰੀ ਆਪਸ਼ਨ, ਈ ਕਮਰਸ ਦੇ ਵਿੱਚ ਕੀ ਹੈ? ਇੰਟਰਨੈੱਟ ਦੀ ਸਹੂਲੀਅਤ ਰਾਹੀਂ ਵਸਤੂਆਂ ਅਤੇ ਸੇਵਾਵਾਂ ਨੂੰ ਖਰੀਦਣਾ ਅਤੇ ਵੇਚਣਾ ਹੁੰਦਾ ਹੈ। ਬਿਲਕੁਲ ਸਹੀ। ਅਤੇ ਈ ਕਮਰਸ ਦੇ ਵਿੱਚ ਇੰਟਰਨੈੱਟ ਦੀ ਸਹੂਲਤ ਰਾਹੀਂ ਵਸਤੂ ਅਤੇ ਸੇਵਾਵਾਂ ਨੂੰ ਅਸੀਂ ਖਰੀਦ ਅਤੇ ਵੇਚ ਸਕਦੇ ਹਾਂ। 15ਵਾਂ ਸਵਾਲ ਜੀ,
ਖਪਤਕਾਰਾਂ ਲਈ ਈ-ਕਮਰਸ ਦੇ ਮੁੱਖ ਲਾਭ ਕੀ ਹਨ? ਕੰਜ਼ਿਊਮਰ ਦੇ ਲਈ ਉਪਰੋਕਤ ਸਾਰੇ ਕੰਜ਼ਿਊਮਰਾਂ ਦੇ ਲਈ ਬਹੁਤ ਵੱਡਾ ਅੰਤਰਰਾਸ਼ਟਰੀ ਜਿਹੜਾ ਵਪਾਰ ਈ-ਕਮਰਸ ਦੇ ਰਾਹੀਂ ਉਹਨਾਂ ਦੇ ਸਾਹਮਣੇ ਆਉਂਦਾ। ਕਿਸੇ ਵੀ ਸਥਾਨ ਅਤੇ ਸਮੇਂ ਖਰੀਦਦਾਰੀ ਦੀ ਸਹੂਲਤ ਖਪਤਕਾਰਾਂ ਨੂੰ ਮਿਲਦੀ ਆ। ਸਮੇਂ ਦੀ ਬੱਚਤ ਹੁੰਦੀ ਆ ਖਪਤਕਾਰਾਂ ਦੇ ਲਈ। ਇਸ ਲਈ ਆਪਸ਼ਨ 4 ਤੇ ਬਿਲਕੁਲ ਸਹੀ ਹੈ। ਅਤੇ ਇਹ ਤੁਹਾਡੀ ਵੀਡੀਓ ਸੀ। ਇਸ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ। ਧੰਨਵਾਦ।